आप पहला चैप्टर है जो अकाउंट्स का वो परफॉर्मेंस जा रहा है पार्टनरशिप। पार्टनरशिप जिवें कि तुहानू नाम तो ही पता है पार्टनरशिप की होंदा जिवें आप खेडते खेडते आप एक पार्टनर चूज करते मेरा पार्टनर रहा है उनका पार्टनर रहा है उसी तरह ही बिजनेस के विच भी पार्टनरशिप का मतलब है एक या एक तो ज्यादा व्यक्ति रल के जो कोई बिजनेस करते हैं तो उन कहते हैं पार्टनरशिप। दो या दो तो बाद व्यक्ति एक मीन्स भी एक तो बाद व्यक्ति जो वो रल के काम की करना है उन्होंने कोई बिजनेस करना है और वो बिजनेस की होना चाहिए वो बिजनेस लाभफुल होना चाहिए कानून दी नजरों के विच वो बिजनेस वैलिड होना चाहिए तो वो उन कहते पार्ट ये नहीं भी दो बंदे रले तो वो दो बंदे ने शुरू बिजनेस करता भी आप बंदे मारन का काम शुरू कर देंगे है ना ये नहीं कानून दी नजरों के विच लाभफुल बिजनेस होवे जेड़ा कानून जिन्हों एक्सेप्ट करता जो ऐसा बिजनेस वो शुरू करते हैं तो उस चीज को कहते हैं पार्टनरशिप। मीनिंग ऑफ पार्टनरशिप पता लग गया सारे को ਇਹਨੂੰ ਕਹਿੰਦੇ ਨੇ ਪਾਰਟਨਰशिप। ਉਹਦੇ ਵਿੱਚ ਆਪਾਂ मीनिंग ਤੋਂ ਬਾਅਦ ਇੱਕ ਅਦੀ ਤੁਸੀਂ ਹਰੇਕ ਬੱਚੇ ਨੇ ਉਹਦੀ ਡੈਫੀਨੇਸ਼ਨ ਵੀ ਦੇਣੀ ਡੈਫੀਨੇਸ਼ਨ ਦੇਣੇ ਆਪਾਂ ਡੈਫੀਨੇਸ਼ਨ ਦਿੱਤੀ ਹੈ LA ਹੈਲਿੰਗ ने एक डेफिनेशन की दी है साझेदारी उन व्यक्तियों विचकार एक संबंध है साझेदारी उन व्यक्तियों विचकार एक संबंध है जेड़े निजी लाभ के उद्देश्य नाल जेड़े निजी लाभ के उद्देश्य नाल साधारण रूप नाल साधारण रूप नाल व्यापार ਨੂੰ ਚਲਾਉਣ ਵਿੱਚ ਸਹਾਇਕ ਹੁੰਦੇ ਹਨ। निजी रूप में लाभ के उद्देश्य नाल हुण कोई भी बिजनेस है वो हानि के उद्देश्य नाल थोड़ा चलाया जाता है वो लाभ के उद्देश्य नाल चलाया जाता है इसलिए वो लाभ के उद्देश्य नाल इकट्ठे होए होण कि जेड़ा भी बिजनेस चों सानू लाभ होएगा वो ਅਸੀਂ आपस ਵਿੱਚ डिस्ट्रीब्यूट कर लांगे। ये डेफिनेशन है पहला मीनिंग तो होती है करता है हुण नेक्स्ट आ जांदियां ने इनके फीचर्स की ने इनकी विशेषताएं की है साझेदारी दी विशेषताएं विशेषता नंबर हम जो पहले गल की नंबर एक की है दो या उसको ज्यादा साझेदार उहदे विच की होना चाहिए ने दो या उस तो ज्यादा साझेदार दो या दो तो ज्यादा साझेदार मतलब जो दो व्यक्ति जानेंगे तो ही पहली गल साझ पड़ेगी दो भी हो सकते हैं तो दो तो ज्यादा भी हो सकते हैं दो तो घट तो फिर कल्ले ही रहने इसलिए दो व्यक्ति या दो तो ज्यादा व्यक्ति जो रल गए तो ही साझेदारी का
ਦੀ ਉਤਪਤੀ ਹੋਏਗੀ, ਤਾਂ ਹੀ ਸਾਂਝੇਦਾਰੀ ਦੀ ਉਤਪਤੀ ਹੋਵੇਗੀ। ਘੱਟ ਤੋਂ ਘੱਟ ਦੋ ਵਿਅਕਤੀ, ਵੱਧ ਤੋਂ ਵੱਧ ਦੋ ਤੋਂ ਜ਼ਿਆਦਾ ਵੀ ਹੋਣਗੇ। ਅਲੱਗ-ਅਲੱਗ ਬਿਜ਼ਨਸ ਨੇ, ਕਈਆਂ ਬਿਜ਼ਨਸਾਂ ਦੇ ਵਿੱਚ 20 ਵਿਅਕਤੀ ਹੋ ਸਕਦੇ ਨੇ, ਕੁਝ ਬਿਜ਼ਨਸ ਐਸੇ ਨੇ ਜਿਨ੍ਹਾਂ ਵਿੱਚ 10 ਤੋਂ ਵੱਧ ਵਿਅਕਤੀ ਨਹੀਂ ਹੋ ਸਕਦੇ। ਇਹ ਫਰਦਰ ਜਿਵੇਂ ਜਿਵੇਂ ਅੱਗੇ ਆਈ ਜਾਏਗਾ ਉਹ ਵੀ ਮੈਂ ਤੁਹਾਨੂੰ ਸਮਝਾਏਗਾ। ਨੈਕਸਟ ਦੇਖੋ, ਨੈਕਸਟ ਨੰਬਰ 2 ਸਮਝੌਤਾ। ਸਮਝੌਤਾ ਹੁਣ ਦੋ ਉਹਨਾਂ ਵਿਅਕਤੀਆਂ ਦੇ ਵਿੱਚ ਪਾਰਟਨਰਸ਼ਿਪ ਤਾਂ ਤਾਂ ਹੀ ਹੋਏਗੀ ਨਾ ਜੇ ਉਹਨਾਂ ਦੇ ਵਿੱਚ ਸਮਝੌਤਾ ਹੋਏਗਾ। ਸਮਝੌਤਾ ਕਿਵੇਂ ਵੀ ਉਹਨਾਂ ਦੇ ਵਿੱਚ ਵੀ ਅਸੀਂ ਲਾਭ ਕਿੰਨਾ ਵੰਡਾਂਗੇ, ਕਿਵੇਂ ਵੰਡਾਂਗੇ, ਜਾਂ ਸਾਡੇ ਵਿੱਚ ਕੋਈ ਮੰਨ ਲਓ ਡਿਸਪਿਊਟ ਪੈਦਾ ਹੋ ਗਿਆ ਉਹਨੂੰ ਅਸੀਂ ਕਿਵੇਂ ਹੈਂਡਲ ਕਰਾਂਗੇ। ਉਹ ਇੱਕ ਰਿਟਨ ਐਗਰੀਮੈਂਟ ਹੋਏਗੀ। ਉਹ ਐਗਰੀਮੈਂਟ ਉਹ ਐਸਾ ਐਗਰੀਮੈਂਟ ਹੈ ਜਿਹੜਾ ਉਹਨੂੰ ਆਪਣੇ ਕਾਨੂੰਨ ਦੇ ਮਤਲਬ ਜਦੋਂ ਆਪਾਂ ਕਾਨੂੰਨ ਦੇ ਵਿੱਚ ਵੀ ਜਿਹੜਾ ਨਾ ਉਹਨੂੰ ਰਜਿਸਟਰ ਕਰਾਉਣਾ ਪਏਗਾ। ਐਗਰੀਮੈਂਟ ਵੀ ਚਾਹੀਦਾ ਹੈ ਕਿਹਦੇ ਵਾਸਤੇ, ਉਹਦੇ ਸਾਈਨ ਲਈ। ਨੰਬਰ 3 ਬੇਟਾ ਆ ਗਿਆ ਜੀ ਵਿਧੀਪੂਰਨ ਵਪਾਰ। ਵਿਧੀਪੂਰਨ ਵਪਾਰ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਸੀ, ਵਿਧੀਪੂਰਨ ਵਪਾਰ ਦਾ ਮਤਲਬ ਇਹ ਹੈ ਵੀ ਐਸਾ ਵਪਾਰ ਜਿਹੜਾ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਸਹੀ ਹੋਵੇ, ਲਾਭ ਹੋਵੇ। ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਸਹੀ ਹੋਵੇਗਾ ਤਾਂ ਹੀ ਉਹ ਪਾਰਟਨਰਸ਼ਿਪ ਹੋਵੇਗੀ। ਜੇ ਉਹ ਕਾਨੂੰਨ ਦੀਆਂ ਨਜ਼ਰਾਂ ਵਿੱਚ ਮੰਨ ਲਓ ਇਲੀਗਲ ਹੋਵੇ, ਐਸਾ ਬਿਜ਼ਨਸ ਹੁਣ ਇਹ ਤਾਂ ਹੈ ਨਹੀਂ ਕਿ ਆਪਾਂ ਅਫੀਮ ਦੀ ਖੇਤੀ ਕਰ ਲਈਏ, ਅਫੀਮ ਵੇਚਣ ਦਾ ਬਿਜ਼ਨਸ ਕਰ ਲਈਏ, ਜਾਂ ਨਸ਼ਾ ਵੇਚਣ ਦਾ ਵਪਾਰ ਸ਼ੁਰੂ ਕਰ ਲਈਏ, ਉਹ ਵਪਾਰ ਨੂੰ ਸਮਝੌਤੇ ਦੇ ਵਿੱਚ ਪਾਰਟਨਰਸ਼ਿਪ ਵਿੱਚ ਨਹੀਂ ਆਏਗਾ ਕਦੇ ਵੀ। ਪਾਰਟਨਰਸ਼ਿਪ ਸਿਰਫ ਉਸੇ ਵਪਾਰ ਦੀ ਹੋਏਗੀ, ਉਹ ਪਾਰਟਨਰਸ਼ਿਪ ਉਸੇ ਕੰਮ ਦੀ ਹੋਏਗੀ ਜਿਹੜਾ ਕਾਨੂੰਨ ਦੀਆਂ ਨਜ਼ਰਾਂ ਵਿੱਚ ਲੀਗਲ ਹੈ। ਇਸ ਲਈ ਤੀਜੀ ਵਿਸ਼ੇਸ਼ਤਾ ਇਹ ਹੋਗੀ ਕਿ ਵਿਧੀਪੂਰਨ ਵਪਾਰ ਹੋਣਾ ਚਾਹੀਦਾ, ਠੀਕ ਵਪਾਰ ਹੋਣਾ ਚਾਹੀਦਾ, ਲਾਭ ਦੀ ਬਿਜ਼ਨਸ। ਅੱਗੋਂ ਬੇਟਾ ਦੇਖੋ ਲਾਭ ਦੀ ਨੰਬਰ 4 ਲਾਭ ਦੀ ਵੰਡ। ਹੁਣ ਜਿਵੇਂ ਕਿ ਪਹਿਲਾਂ ਇੱਕ ਐਗਜ਼ਾਮਪਲ ਦੇ ਵਿੱਚ ਦੇਖੋ ਨਾ ਜਿਹੜੇ ਇਹਨਾਂ ਨੇ ਡੈਫੀਨੇਸ਼ਨ ਦਿੱਤੀ ਸੀ ਵੀ ਉਹ ਕਿਹੜੇ ਉਦੇਸ਼ ਨਾਲ ਕਰਦੇ ਨੇ, ਲਾਭ ਦੀ। ਉਹ ਕਿਹੜੇ ਉਦੇਸ਼ ਨਾਲ ਬਿਜ਼ਨਸ ਕਰਦੇ ਨੇ, ਕਿਹੜੇ ਉਦੇਸ਼ ਨਾਲ ਪਾਰਟਨਰਸ਼ਿਪ ਕਰਦੇ ਨੇ ਵੀ ਸਾਨੂੰ ਬਿਜ਼ਨਸ ਵਿੱਚ ਲਾਭ ਹੋਏਗਾ। ਫਿਰ ਤੀਜੀ ਦੀ ਵਿਸ਼ੇਸ਼ਤਾ ਚੌਥੀ ਹੋਏਗੀ ਵੀ ਉਹ ਲਾਭ ਨੂੰ ਵੰਡਣਗੇ ਕਿਵੇਂ, ਲਾਭ ਦੀ ਵੰਡ ਕਿਵੇਂ ਕਰਨਗੇ। ਹੁਣ ਮੰਨ ਲਓ 4 ਜਣੇ ਹੋ ਸਕਦਾ 25 ਪੈਸੇ ਵੰਡ ਲੈਣ, ਮਤਲਬ ਮੰਨ ਲਓ 100 ਰੁਪਏ ਲਾਭ ਹੁੰਦਾ ਤੇ 25 ਇੱਕ ਨੂੰ, 25 ਦੂਜੇ ਨੂੰ, 25 ਤੀਜੇ ਨੂੰ, 25 ਚੌਥੇ ਨੂੰ। ਪਰ ਹੋ ਸਕਦਾ ਹੈ ਵੀ ਉਹਨਾਂ ਨੇ ਇੱਕ ਬੰਦੇ ਨੇ ਪੈਸੇ ਘੱਟ ਲਾਏ ਹੋਣ ਤੇ ਉਹ 3 ਜਣੇ ਜਿਹੜੇ ਉਹ 30 ਪੈਸੇ ਵੰਡ 30 ਇੱਕ ਨੂੰ, 30 ਦੂਜੇ ਨੂੰ, 30 ਤੀਜੇ ਨੂੰ 90 ਹੋ ਗਏ ਤੇ ਬਾਕੀ ਕਿੰਨੇ ਰਹਿ ਗਏ 10, ਉਹ 10 ਚੌਥੇ ਹੁੰਦੇ। ਇਹ ਅਲੱਗ-ਅਲੱਗ ਵੰਡ ਹੋਏਗੀ। ਲਾਭ ਦੀ ਵੰਡ ਅਲੱਗ-ਅਲੱਗ ਹੋਏਗੀ। ਲਾਭ ਦੀ ਵੰਡ ਉਹ ਪਹਿਲਾਂ ਜਦੋਂ ਪਾਰਟਨਰ ਬਣਨ ਲੱਗਣਗੇ ਉਦੋਂ ਹੀ ਉਹ ਡਿਸਾਈਡ ਕਰ ਲੈਣਗੇ ਕਿ ਸਾਡੀ ਲਾਭ ਦੀ ਵੰਡ ਆਪਸ ਵਿੱਚ ਕਿਸ ਤਰੀਕੇ ਨਾਲ ਹੋਣੀ ਚਾਹੀਦੀ। ਨੈਕਸਟ ਨੰਬਰ 5 ਆ ਗਿਆ ਐਕਟ। ਹੁਣ ਇਹ ਆਪਾਂ ਇਹ ਕਹਿੰਦੇ ਵੀ ਪਾਰਟਨਰਸ਼ਿਪ। ਹੁਣ ਮੈਂ ਤੁਹਾਨੂੰ ਪਹਿਲਾਂ ਇੱਕ ਗੱਲ ਦੱਸੀ ਸੀ ਵੀ ਜਦੋਂ ਆਪਾਂ ਪੁਆਇੰਟ ਕਰ ਰਹੇ ਸੀ ਸਮਝੌਤਾ ਵੀ ਇੱਕ ਬਿਜ਼ਨਸ ਵਿੱਚ ਐਗਰੀਮੈਂਟ ਜਦੋਂ ਹੋ ਗਿਆ, ਉਸ ਐਗਰੀਮੈਂਟ ਨੂੰ ਆਪਾਂ ਕਈ ਵਾਰੀ ਹਰ ਵਾਰੀ ਕਾਨੂੰਨ ਵਿੱਚੋਂ ਵੀ ਪਾਸ ਕਰਵਾਉਣਾ ਪੈਂਦਾ। ਤੇ ਐਕਟ ਜਿਹੜਾ ਹੈ ਉਹ ਕਿਹੜਾ ਕਾਨੂੰਨ ਹੈ ਜਿੰਦੇ ਅੰਡਰ ਪਾਰਟਨਰਸ਼ਿਪ ਨੂੰ ਸਾਨੂੰ ਪਾਸ ਕਰਵਾਉਣਾ ਪਏਗਾ। ਉਹ ਕਾਨੂੰਨ ਹੈ ਭਾਰਤੀ ਸਾਂਝੇਦਾਰੀ ਐਕਟ 1932। ਕਿਹੜਾ ਹੈ? ਭਾਰਤੀ ਸਾਂਝੇਦਾਰੀ ਐਕਟ 1932 ਇੱਕ ਐਕਟ ਹੈ, ਭਾਰਤੀ ਐਕਟ ਹੈ ਸਾਂਝੇਦਾਰੀ ਐਕਟ 1932। ਜਦੋਂ ਵੀ ਆਪਸ ਸਾਂਝੇਦਾਰ ਬਣੇ ਉਸ ਐਕਟ ਦੇ ਅੰਡਰ ਸਾਨੂੰ ਇਹ ਸਾਰੀਆਂ ਡੀਲਿੰਗਸ ਬਤਾਈਆਂ, ਉਹ ਸਾਰਾ ਸਿਸਟਮ ਜਿਹੜਾ ਹੈ ਨਾ ਉਹ ਸਾਨੂੰ ਉਹਦੇ ਅੰਡਰ ਜਦੋਂ ਇਹ ਪਾਸ ਹੋ ਜਾਏਗਾ ਉਹ ਸਾਡੀ ਸਾਂਝੇਦਾਰੀ ਬਣ ਗਈ। ਇਹ ਸਾਂਝੇਦਾਰੀ ਫਰਮ ਦੀਆਂ ਵਿਸ਼ੇਸ਼ਤਾਵਾਂ। ਹੁਣ ਨੈਕਸਟ ਬੇਟਾ ਹੁਣ ਦੇਖੋ ਸਾਂਝੇਦਾਰੀ ਫਰਮ ਮੰਨ ਲਓ ਸਭ ਹੋ ਗਿਆ, ਐਕਟ ਵਾਲਾ ਪਾਸ ਹੋ ਗਈ, ਫਾਈਲ ਸਾਡੀ ਪਾਸ ਹੋ ਗਈ, ਅਸੀਂ ਸਾਂਝੇਦਾਰੀ ਬਣ ਗਏ, ਅਸੀਂ ਬਿਜ਼ਨਸ ਸ਼ੁਰੂ ਕਰ ਲਿਆ। ਹੁਣ ਆਪਣੇ ਦਿਮਾਗ ਵਿੱਚ ਹੁਣ ਆਏਗਾ ਕਿ ਜਿਹੜੇ ਸਾਂਝੇਦਾਰ ਮੰਨ ਲਓ 5-4 ਸਾਂਝੇਦਾਰ ਬਣ ਗਏ, ਉਹਨਾਂ ਦੀਆਂ ਕੁਝ ਡਿਊਟੀਆਂ ਵੀ ਹੋਣਗੀਆਂ, ਹਨਾ, ਉਹਨਾਂ ਦੇ ਕੁਝ ਰਾਈਟਸ ਵੀ ਹੋਣਗੇ। ਹੁਣ ਤੁਸੀਂ ਦਿਮਾਗ ਲਾਓ ਵੀ ਭਲਾ ਕੀ ਹੈ,
ਵੀ ਉਹਨਾਂ ਦੇ ਕੀ ਰਾਈਟਸ ਹੋਣਗੇ ਜਾਂ ਉਹਨਾਂ ਦੇ ਕੀ ਉਹਨਾਂ ਦੀਆਂ ਡਿਊਟੀਜ਼ ਹੋਣਗੀਆਂ। ਰਾਈਟਸ ਤੇ ਡਿਊਟੀਜ਼ ਕਰਦੇ ਆ ਵੀ ਹੁਣ ਉਹਨਾਂ ਦੇ ਕਿਹੜੇ ਰਾਈਟਸ ਹੋਣਗੇ ਤੇ ਕਿਹੜੀਆਂ ਡਿਊਟੀ ਹੋਣਗੇ। ਆ ਰਾਈਟਸ ਸਾਂਝੇਦਾਰਾਂ ਦੇ ਅਧਿਕਾਰ। ਸਾਂਝੇਦਾਰਾਂ ਦੇ ਅਧਿਕਾਰ। ਹੁਣ ਸਾਂਝੇਦਾਰਾਂ ਦੇ ਅਧਿਕਾਰ ਹੁਣ ਦੇਖੋ ਨਾ, ਭਾਵੇਂ ਮੈਂ ਭਾਵੇਂ ਕੋਈ 4 ਸਾਂਝੇਦਾਰ ਬਣ ਗਏ, ਹਰੇਕ ਨੰਬਰ ਇੱਕ ਤੁਸੀਂ ਆਪਾਂ ਦਿਮਾਗ ਨੂੰ ਲਾਣੇ, ਹਰੇਕ ਸਾਂਝੇਦਾਰ ਨੂੰ ਫਰਮ ਦੇ ਕੰਮ ਚੈੱਕ ਕਰਨ ਦਾ ਅਧਿਕਾਰ ਹੈ ਕਿ ਨਹੀਂ ਹੈ। ਹਰੇਕ ਸਾਂਝੇਦਾਰ ਨੂੰ ਲਾਭ ਵਿੱਚੋਂ ਹਿੱਸਾ ਲੈਣ ਦਾ ਅਧਿਕਾਰ ਹੈ ਕਿ ਨਹੀਂ ਹੈ। ਹਰੇਕ ਸਾਂਝੇਦਾਰ ਨੂੰ ਇਹ ਵੀ ਅਧਿਕਾਰ ਹੈ ਕਿ ਉਹ ਫਰਮ ਦੇ ਸਾਰੇ ਜਿਹੜੇ ਅਕਾਊਂਟਸ ਹੈ, ਕਿਤਾਬਾਂ ਹੈ ਜਿਹੜੀਆਂ ਉਹ ਬਣਦੀਆਂ ਨੇ, ਬੁੱਕਸ ਆਫ ਅਕਾਊਂਟਸ ਹੈ, ਉਹਨਾਂ ਨੂੰ ਚੈੱਕ ਵੀ ਕਰ ਸਕਦਾ ਹੈ। ਇਹ ਵੀ ਕਰ ਸਕਦਾ ਹੈ, ਹਰੇਕ ਸਾਂਝੇਦਾਰ ਨੂੰ ਅਧਿਕਾਰ ਹੈ। ਹੋਰ ਹਰੇਕ ਸਾਂਝੇਦਾਰ ਨੂੰ ਇਹ ਵੀ ਅਧਿਕਾਰ ਹੈ ਕਿ ਉਹ ਫਰਮ ਨੂੰ ਛੱਡ ਨਹੀਂ ਸਕਦਾ, ਉਹ ਜਦੋਂ ਮਰਜ਼ੀ ਛੱਡ ਜੇ, ਪਰ ਉਹਨੂੰ ਪਹਿਲਾਂ ਇੰਟੀਮੇਸ਼ਨ ਦੇਣੀ ਪਏਗੀ ਦੂਜੇ ਸਾਂਝੇਦਾਰਾਂ ਨੂੰ ਮੈਂ ਛੱਡਣ ਜਾ ਰਿਹਾ। ਉਹਨੂੰ ਅਧਿਕਾਰ ਹੈ ਵੀ ਉਹ ਕਦੇ ਵੀ ਉਹ ਫਰਮ ਨੂੰ ਛੱਡ ਸਕਦਾ। ਨੈਕਸਟ ਦੇਖੋ, ਤੇ ਉਹ ਇੱਕ ਹੋਰ ਹੈ, ਇਹ ਹਰੇਕ ਸਾਂਝੇਦਾਰ ਨੂੰ ਆ ਵੀ ਅਧਿਕਾਰ ਹੈ ਵੀ ਜੇ ਮੰਨ ਲਓ ਉਹ ਫਰਮ ਨੂੰ ਕੋਈ ਵੀ ਕੰਮ ਦਿੰਦਾ, ਫॉर एग्जांपल ਮੰਨ ਲਓ ਕੋਈ ਵੀ ਬਿਜ਼ਨਸ ਬੇਟਾ ਚਲਾਉਣਾ ਹੈ ਤਾਂ ਉਹਦੇ ਵਾਸਤੇ ਪੈਸਾ ਤਾਂ ਚਾਹੀਦਾ ਨਹੀਂ ਚਾਹੀਦਾ। ਮੰਨ ਲਓ ਲੱਖ ਰੁਪਇਆ ਉਹਦੇ ਵਾਸਤੇ ਚਾਹੀਦਾ ਸੀ, ਛੋਟਾ ਜਿਹਾ ਬਿਜ਼ਨਸ ਸਾਡਾ 25,000 ਸਾਰੇ ਨੇ ਪਾ ਦਿੱਤਾ, ਠੀਕ ਹੈ, ਲੱਖ ਰੁਪਏ ਨਾਲ ਬਿਜ਼ਨਸ ਸਟਾਰਟ ਹੋ ਗਿਆ। ਹੁਣ ਫਿਊਚਰ ਦੇ ਵਿੱਚ 6 ਮਹੀਨੇ ਬਾਅਦ ਜਾਂ ਸਾਲ ਬਾਅਦ ਇਹ ਕੁਝ ਹੋਰ ਇੱਕ ਮਸ਼ੀਨ ਲੈ ਕੇ ਆਉਣੀ ਸੀ ਜਾਂ ਫਿਰ ਉਹਨੂੰ ਹੋਰ ਪੈਸੇ ਦੀ ਲੋੜ ਪੈ ਗਈ, ਤਾਂ ਉਹਨਾਂ ਨੂੰ ਕੀ ਕੀਤਾ ਵੀ ਹੁਣ 3 ਬੰਦੇ ਕਹਿੰਦੇ ਵੀ ਸਾਡੇ ਕੋਲ ਤਾਂ ਪੈਸਾ ਹੈ ਨਹੀਂ, ਇੱਕ ਬੰਦਾ ਕਹਿੰਦਾ ਵੀ ਮੇਰੇ ਕੋਲ ਲੱਖ ਰੁਪਇਆ ਘਰੇ ਪਿਆ। ਹੁਣ ਮੰਨ ਲਓ ਉਹਨੂੰ ਲੱਖ ਰੁਪਇਆ ਉਹਨੇ ਦੇ ਦਿੱਤਾ ਤੇ ਉਹਦੀ ਵਿਆਜ ਤਾਂ ਦੇਣੀ ਪੈਣੀ ਹੈ ਨਾ। ਉਹ ਜਿਹੜਾ ਲੱਖ ਰੁਪਇਆ ਉਹਨੇ ਉਹਨੂੰ ਫਰਮ ਨੂੰ ਦਿੱਤਾ, ਉਹ ਕੀ ਹੋ ਗਿਆ, ਪਾਰਟਨਰ ਵੱਲੋਂ ਫਰਮ ਨੂੰ ਦਿੱਤਾ ਗਿਆ ਕਰਜ਼। ਤੇ ਹਮੇਸ਼ਾ ਹੀ ਇਹ ਉਹ ਅਧਿਕਾਰ ਹੈ ਵੀ ਕਰਜ਼ ਉੱਤੇ 6% ਵਿਆਜ ਘੱਟੋ ਘੱਟ, ਜੇ ਉਹ ਮੈਕਸ ਜ਼ਿਆਦਾ ਵੀ ਰੱਖ ਸਕਦੇ ਨੇ, ਪਰ ਜੇ ਉਹਨਾਂ ਨੇ ਡਿਸਾਈਡ ਨਹੀਂ ਕੀਤਾ ਹੋਇਆ ਵੀ ਆਪਾਂ ਮੰਨ ਲਓ ਪਹਿਲਾਂ ਉਹਨਾਂ ਦਾ ਸਮਝੌਤਾ ਹੋ ਚੁੱਕਿਆ, ਜੇ ਮੰਨ ਲਓ ਵੀ ਕੋਈ ਵਿਅਕਤੀ ਫਰਮ ਨੂੰ ਪੈਸੇ ਦੇਵੇਗਾ ਤੇ ਅਸੀਂ 10% ਦੇਵਾਂਗੇ, ਫਿਰ ਤਾਂ 10% ਦੇਵਾਂਗੇ। ਜੇ ਮੰਨ ਲਓ ਕੋਈ ਵੀ ਪੈਸਾ ਉਹਨਾਂ ਨੂੰ ਸਮਝੌਤਾ ਨਹੀਂ ਕੀਤਾ ਹੋਇਆ ਤਾਂ ਘੱਟੋ ਘੱਟ 6% ਵਿਆਜ ਤਾਂ ਉਹਨੂੰ ਦੇਣੀ ਪਏਗੀ। 6% ਵਿਆਜ ਕਿੰਨੇ ਦੇ? ਫਰਮ ਨੂੰ ਦਿੱਤੇ ਗਏ ਕਰਜ਼। ਫਰਮ ਨੂੰ ਦਿੱਤੇ ਗਏ ਕਰਜ਼ ਤੇ ਹਮੇਸ਼ਾ ਹੀ 6% ਵਿਆਜ ਹੈ। ਜੇ ਡਿਸਾਈਡ ਨਹੀਂ ਕੀਤਾ ਹੋਇਆ ਉਹਨੂੰ ਅਧਿਕਾਰ ਹੈ ਕਿ ਜੋ ਪੈਸੇ ਦੇਵੇਗਾ ਤਾਂ ਉਹਦੇ ਬਦਲੇ ਵਿੱਚ ਉਹਨੂੰ 6% ਵਿਆਜ ਦਿੱਤੀ ਜਾਏਗੀ। ਨੈਕਸਟ ਦੇਖੋ ਬੇਟਾ, ਇੱਕ ਹੋਰ ਹੈ, ਮੰਨ ਲਓ ਆਪਣੀ ਪਾਰਟਨਰਸ਼ਿਪ ਹੈ, ਪਾਰਟਨਰਸ਼ਿਪ ਦੇ ਵਿੱਚ ਇੱਕ ਅਸੀਂ ਸਾਂਝੀ ਕਾਰ ਰੱਖੀ ਤਾਂ ਹਰੇਕ ਸਾਂਝੇਦਾਰ ਨੂੰ ਫਰਮ ਦੀ ਸੰਪत्ति ਨੂੰ ਪ੍ਰਯੋਗ ਕਰਨ ਦਾ ਅਧਿਕਾਰ ਹੈ, ਕਿਉਂਕਿ ਉਹ ਸਾਡੀ ਫਰਮ ਵਿੱਚੋਂ ਲਈ ਗਈ ਕਾਰ ਹੈ, ਫਰਮ ਵਿੱਚੋਂ ਲਈ ਗਈ ਕਾਰ ਹੈ ਤਾਂ ਉਹਨਾਂ ਵੀ ਤਾਂ ਉਹਦਾ ਬਰਾਬਰ ਉਹਨਾਂ ਦਾ ਅਧਿਕਾਰ ਹੈ ਨਾ, ਹਰੇਕ ਸਾਂਝੇਦਾਰ ਦਾ ਬਰਾਬਰ ਅਧਿਕਾਰ ਹੈ। ਇਸ ਲਈ ਹਰੇਕ ਸਾਂਝੇਦਾਰ ਨੂੰ ਅਧਿਕਾਰ ਹੈ ਕਿ ਫਰਮ ਦੀ ਸੰਪत्ति ਨੂੰ ਪ੍ਰਯੋਗ ਕਰ ਸਕਦਾ ਹੈ। ਤੇ ਇੱਕ ਲਾਸਟ ਗੱਲ ਇਹ ਹੈ ਵੀ ਹਰੇਕ ਸਾਂਝੇਦਾਰ ਨੂੰ ਆ ਵੀ ਅਧਿਕਾਰ ਹੈ ਵੀ ਉਸ ਨੂੰ ਸਾਂਝੇਦਾਰੀ ਤੋਂ ਕੱਢਿਆ ਨਹੀਂ ਜਾ ਸਕਦਾ ਜਿੰਨੀ ਦੇਰ ਉਹ ਆਪ ਨਿਕਲਣ ਦਾ ਇੱਛੁਕ ਨਹੀਂ ਜਾਂ ਉਹ ਇੰਟੀਮੇਸ਼ਨ ਦਿਓ। ਪਰ ਨੈਕਸਟ ਅਧਿਕਾਰ ਸਾਰੇ ਜੋ ਵੀ ਮੈਂ ਬੋਲੇ ਹੈ ਉਹ ਸਾਰੇ ਤੁਸੀਂ ਕਾਪੀਆਂ ਤੇ ਨੋਟ ਕਰ ਲੈਣੇ, ਮੈਨੂੰ ਦੁਬਾਰਾ ਸੁਣ ਲੈਣੇ, ਇਹਨੂੰ ਕਾਪੀਆਂ ਤੇ ਨੋਟ ਕਰ ਲੈਣੇ। ਨੈਕਸਟ ਆ ਗਿਆ ਹੁਣ ਜ਼ਿੰਮੇਵਾਰੀਆਂ। ਜਿਹੜੇ ਬੰਦੇ ਨੂੰ ਅਧਿਕਾਰ ਹੈ, ਹੁਣ ਕਾਨੂੰਨ ਦੇ ਵਿੱਚ ਕੀ ਮੰਨ ਲਓ ਆਪਾਂ ਕਾਨੂੰਨ ਦੇ ਵਿੱਚ ਕੀ ਕਹਿੰਦੇ ਨੇ ਵੀ ਆਪਣੇ ਨਾਗਰਿਕਾਂ ਦੇ ਅਧਿਕਾਰ, ਨਾਗਰਿਕਾਂ ਦੇ ਕਰਤੱਵ ਆਪਾਂ 10ਵੀਂ ਕਲਾਸਾਂ ਵਿੱਚ ਪੁਰਾਣੀ ਛੋਟੀਆਂ ਕਲਾਸਾਂ ਵਿੱਚ ਪੜ੍ਹੇ ਹੋਣਗੇ। ਹੁਣ ਉਵੇਂ ਹੈ ਜੇ ਕਿਸੇ ਦੇ ਅਧਿਕਾਰ ਹੈ ਤਾਂ ਉਹਦੀਆਂ ਡਿਊਟੀਆਂ ਵੀ ਤਾਂ ਹਨ, ਉਹਦੀਆਂ ਜ਼ਿੰਮੇਵਾਰੀਆਂ ਵੀ ਤਾਂ ਹਨ। ਹੁਣ ਆਪਾਂ ਕਰਦੇ ਹਾਂ ਸਾਂਝੇਦਾਰਾਂ ਦੇ ਕਰਤੱਵ। ਸਾਂਝੇਦਾਰਾਂ ਦੇ
कर्तव्य या ड्यूटीज, कर्तव्य या ड्यूटीज। ਹੁਣ ਉਹਨਾਂ ਦੀ ਡਿਊਟੀਜ਼ ਕਿਹੜੀਆਂ ਨੇ? ਹੁਣ ਦੇਖੋ ਆਪ ਸੋਚੋ, ਦਿਮਾਗ ਲਗਾਓ, ਜੇ ਉਸ ਵਿਅਕਤੀ ਨੂੰ ਫਰਮ ਦਾ ਇਹ ਅਧਿਕਾਰ ਹੈ ਵੀ ਉਹ ਫਰਮ ਦੇ ਹਰੇਕ ਕੰਮ ਚੈੱਕ ਕਰ ਸਕਦਾ ਹੈ, ਉਸ ਵਿਅਕਤੀ ਦੀ ਇਹ ਡਿਊਟੀ ਵੀ ਤਾਂ ਹੈ ਨਾ ਵੀ ਉਹ ਫਰਮ ਨੂੰ ਪੂਰਾ ਟਾਈਮ ਦੇਵੇ, ਫਰਮ ਦੇ ਸਾਰੇ ਕੰਮਾਂ ਵਿੱਚ ਹਿੱਸਾ ਲਵੇ। ਇਹ ਉਹਦੀ ਕੀ ਹੈ? ਡਿਊਟੀ। ਨੰਬਰ 1। ਨੰਬਰ 2, ਕੋਈ ਵੀ ਵਿਅਕਤੀ ਮੰਨ ਲਓ ਪਹਿਲਾਂ ਉਹਨਾਂ ਨੇ ਡਿਸਾਈਡ ਕੀਤਾ ਹੈ ਕੋਈ ਵੀ ਵਿਅਕਤੀ ਫਰਮ ਵਿੱਚ ਕੀਤੇ ਗਏ ਕੰਮਾਂ ਦੀ ਤਨਖਾਹ ਜਾਂ ਕੋਈ ਵੀ ਪੈਸਾ ਐਕਸਟਰਾ ਨਹੀਂ ਮੰਗ ਸਕਦਾ, ਕਿਉਂਕਿ ਉਹ ਆਪਣੀ ਆਪਣੀ ਫਰਮ ਹੈ, ਸਾਰਿਆਂ ਦੀ ਆਪਣੀ ਫਰਮ ਹੈ। ਉਹਨੂੰ ਕੋਈ ਵੀ ਇੱਕ ਵਿਅਕਤੀ ਕਹੇ ਵੀ ਮੈਂ ਤਾਂ ਇੱਕ ਫਰਮ 'ਚ ਤੁਹਾਡੇ ਆਪ ਕੰਮ ਕਰਦੇ ਪਏ ਤੇ ਮੈਨੂੰ ਤਨਖਾਹ ਕਿਉਂ ਤਨਖਾਹ ਦਿਓ, ਕਿਉਂਕਿ ਉਹਦੀ ਵੀ ਤਾਂ ਫਰਮ ਉਨੀ ਹੈ ਜਿੰਨੀ ਬਾਕੀਆਂ ਦੀ ਫਰਮ। ਇਸ ਲਈ ਉਹਦੀ ਡਿਊਟੀ ਹੈ ਵੀ ਉਹ ਫਰਮ ਦੇ ਵਿੱਚ ਕੰਮ ਕਰੇਗਾ, ਪਰ ਉਹਦੇ ਬਦਲੇ ਵਿੱਚ ਉਹਨੂੰ ਕੁਝ ਵੀ ਨਹੀਂ ਦਿੱਤਾ ਜਾਏਗਾ। ਹਾਂ, ਕੋਈ ਕੁਝ ਵਿਅਕਤੀ ਹੁੰਦੇ ਆ ਕੋਈ ਐਕਸਟਰਾ ਟਾਈਮ ਦਿੰਦੇ ਆ ਤਾਂ ਉਹ ਪਹਿਲਾਂ ਡਿਸਾਈਡ ਕੀਤਾ ਜਾਂਦਾ ਵੀ ਉਹਨਾਂ ਦੀ ਫਿਰ ਆਪਸੀ ਡੀਡ ਕੀਤੀ ਜਾਂਦੀ ਹੈ, ਪਾਰਟਨਰਸ਼ਿਪ ਡੀਡ ਹੁੰਦੀ ਹੈ। ਜਦੋਂ ਵੀ ਪਾਰਟਨਰਸ਼ਿਪ ਆਪਣੀ ਹੋਂਦ ਵਿੱਚ ਆਉਂਦੀ ਹੈ ਨਾ, ਪਹਿਲਾਂ ਇੱਕ ਡੀਡ ਲਿਖੀ ਜਾਂਦੀ, ਸਮਝੌਤਾ ਲਿਖਿਆ ਜਾਂਦਾ ਹੈ ਨਾ, ਉਹਨੂੰ ਇਹ ਡੀਡ ਵੀ ਕਹਿੰਦੇ ਆ। ਉਹ ਸਮਝੌਤੇ ਦੇ ਵਿੱਚ ਜੇ ਕੋਈ ਸ਼ਰਤਾਂ ਵਿੱਚ ਲਿਖਿਆ ਗਿਆ ਵੀ ਨਹੀਂ ਇਹਨੂੰ, ਜਿਵੇਂ ਆਪਾਂ ਪਹਿਲਾਂ ਕਿਹਾ ਸੀ ਵੀ ਇਹਨੂੰ 6% ਵਿਆਜ ਨਹੀਂ, ਇਹਨੂੰ 10% ਦਿੱਤੀ ਜਾਏਗੀ, ਫਿਰ ਉਹਨੂੰ 10% ਦਿੱਤੀ ਜਾਏਗੀ, ਜਾਂ ਇਸ ਪਾਰਟਨਰ ਨੂੰ ਕੰਮ ਦੇ ਬਦਲੇ ਵਿੱਚ ਇੰਨੀ ਤਨਖਾਹ ਦਿੱਤੀ ਜਾਏਗੀ, ਫਿਰ ਉਹਨੂੰ ਦਿੱਤੀ ਜਾਏਗੀ। ਅਦਰਵਾਈਜ਼ ਨੈਕਸਟ ਅੱਗੋਂ ਆ ਗਿਆ ਬੇਟਾ, ਉਹ ਕਹਿੰਦੇ ਵੀ ਸਾਂਝੇਦਾਰਾਂ ਦੁਆਰਾ ਫਰਮ ਦੇ ਕੰਮ ਵਿੱਚ ਜਾਣ-ਬੁੱਝ ਕੇ ਕੀਤੀ ਗਈ ਲਾਪਰਵਾਹੀ, ਮੰਨ ਲਓ ਕੋਈ ਬੰਦਾ ਜਾਣ-ਬੁੱਝ ਕੇ ਲਾਪਰਵਾਹੀ ਕਰਦਾ ਹੈ, ਜਾਣ-ਬੁੱਝ ਕੇ ਲਾਪਰਵਾਹੀ ਕਰਦਾ ਹੈ, ਗਲਤ ਕੰਮ ਕਰਦਾ ਹੈ, ਉਹਦੇ ਗਲਤ ਕੰਮ ਕਰਨ ਦੇ ਨਾਲ ਫਰਮ ਦਾ ਨੁਕਸਾਨ ਹੋ ਜਾਂਦਾ ਹੈ, ਉਹਦੀ ਭਰਪਾਈ ਕੌਣ ਕਰੇਗਾ? ਉਹੀ ਸਾਂਝੇਦਾਰ ਕਰੇਗਾ, ਕਿਉਂਕਿ ਉਹਨੇ ਜਾਣ-ਬੁੱਝ ਕੇ ਲਾਪਰਵਾਹੀ ਕੀਤੀ ਹੈ। ਲਾਪਰਵਾਹੀ ਜਾਣ-ਬੁੱਝ ਕੇ ਕਰੇਗਾ ਤਾਂ ਉਹਦੀ ਭਰਪਾਈ ਵੀ ਉਸੇ ਸਾਂਝੇਦਾਰ ਨੂੰ ਕਰਨੀ ਪਏਗੀ। ਇਹ ਉਹਦੀ ਜ਼ਿੰਮੇਵਾਰੀ ਹੈ ਕਿ ਉਹ ਭਰਪਾਈ ਕਰਨੀ ਪਏਗੀ। ਨੈਕਸਟ, ਦੂਜੇ ਸਾਂਝੇਦਾਰ ਨੂੰ ਸਹੀ ਤੇ ਸੰਪੂਰਨ ਜਾਣਕਾਰੀ ਪ੍ਰਦਾਨ ਕਰਨਾ। मतलब भी मान लो कोई दूजा साझेदार है, चार मान लो साझेदार है, ये साझेदार मान लो पूछता है किसी को भी यार मैंने ये दसो भी अपनी ऐसे सानू प्रॉफिट कितना होया या असि आ काम किवें करना सी, तां ये उनकी हरेक साझेदार की निजी जिम्मेवारी है भी वो दूसरे साझेदार नू सही ते परफेक्ट जानकारी देवेगा, किसी को कुछ लगावेगा नहीं। नेक्स्ट, साझेदारी फर्म में अपने हित का दूजे को हस्तांतरण नहीं कर सकता, वो कहता आपका हित है जो आपका हिस्सा है ना वो दूजे को हस्तांतरण नहीं कर सकता, दूजे को नहीं दे सकता। नेक्स्ट देखो लास्ट एक और है, जेकर कोई साझेदार गुप्त लाभ प्राप्त करता है तो उसको ये रकम फर्म को देनी पड़ेगी। गुप्त लाभ होता है बेटा, मान लो भी कोई व्यक्ति है तो कहता भी यार ना भी सानू कॉन्ट्रैक्ट मान लो तुम दोगे तो तेन मैं 10,000 रुपया दे देगा, है ना। हुण कॉन्ट्रैक्ट तो उन्होंने मिल के देना है, कॉन्ट्रैक्ट तो उन्होंने आदि मीटिंग में दसेगा कि उन्हें कॉन्ट्रैक्ट अपने को मंगया, जो उन्होंने पास होया तो देगा, फिर नाल उन्हें ये भी कहना है कि मैंने 10,000 रुपया ऑफर करता सी, उन्हें तो उन्होंने ऑफर किया भी गुप्त लाभ के है ना सीक्रेट है, तो पर उन्होंने दूजे साझेदार को दसना पड़ेगा कि ये गुप्त लाभ अपन देता पे उन लुको वाली कोई गल नहीं, क्योंकि जे आप कोई भी चीज लुकोवांगे तो आपसी फ्रिक्शंस पैदा हो जाएंगी, जो अपना सारा साझेदारी फर्म ना टोटल के कगार पे आ जाएगी। आप जुड़े इस पर्पज नाल सी ते साझेदारी का नाम सी उन्होंने साझेदार नूं बचाने वास्ते ये सारी उन्होंने ड्यूटीज। नेक्स्ट बेटा आएगा पार्टनरशिप डीड। हुण मैं तो पहले कहा नहीं क्या समझौता की डीड की चीज, पार्टनरशिप डीड एक बहुत इंपॉर्टेंट है टॉपिक है भी पार्टनरशिप डीड की आज सिर्फ आप ये नहीं करना भी पार्टनरशिप डीड होती की, पार्टनरशिप डीड होती आगे पार्टनरशिप डीड का सिर्फ मीनिंग समझावांगा, बाकी आप पता लगा। पार्टनरशिप डीड का मतलब है जदों आप साझेदार आपस में रलण लगे,
ਆਪਾਂ ਕਰੇ 4 ਦਿਨ ਆ ਆਪਾਂ ਕਰੇ ਹਾਂ ਵੀ ਆਪਾਂ ਬਿਜ਼ਨਸ ਸ਼ੁਰੂ ਕਰੀਏ 1 2 3 4 4 ਸੋਚਦੇ ਹਾਂ ਵੀ ਬਿਜ਼ਨਸ ਠੀਕ ਹੈ ਪ੍ਰੋਫਿਟ ਹੋਏਗਾ ਆਪਾਂ ਉਹ ਬਿਜ਼ਨਸ ਸਟਾਰਟ ਕਰਦੇ ਆ ਤਾਂ ਉਹ ਜਦੋਂ ਰੱਖਦੇ ਆ ਤਾਂ ਉਹ ਕੀ ਕਰਦੇ ਆ ਇੱਕ ਡੀਡ ਲਿਖਦੇ ਆ ਡੀਡ मतलब एक समझौता लिखते हैं समझौता लिखिया ਤਾਂ ਜਾਂਦਾ ਹੈ ਵੀ ਆਪਸ ਵਿੱਚ ਜਿਹੜੇ ਹੈ ਨਾ ਬਾਅਦ ਵਿੱਚ ਕੰਫਲਿਕਟ ਪੈਦਾ ਨਾ ਹੋਣ ਲੜਾਈਆਂ ਝਗੜੇ ਨਾ ਹੋਣ ਉਹਦੇ ਵਾਸਤੇ ਇੱਕ ਸਮਝੌਤਾ ਲਿਖਿਆ ਜਾਂਦਾ ਹੈ ਉਸ ਸਮਝੌਤੇ ਵਿੱਚ ਬਹੁਤ ਸ਼ਰਤਾਂ ਹੁੰਦੀਆਂ ਨੇ ਜਿਵੇਂ ਕਿ ਮੈਂ ਪਹਿਲੇ ਤੁਹਾਨੂੰ ਦੱਸਿਆ ਸੀ ਵੀ ਉਹ ਲਾਭ ਹੈ ਜੇ ਕੋਈ ਵੀ ਪਾਰਟਨਰ मतलब ਜੇ ਉਹਨੂੰ ਆਪਣਾ ਕੀ ਨਾ ਲੈਂਦੇ ਆ पैसा देता है भी अपने बिजनेस को तो उन्हें 6% ब्याज लगेगा नेक्स्ट मान लो डीड में नाम की होगा साडे बिजनेस का है ना काम की असं करना है ना वो हर एक चीज ईच एंड एवरीथिंग उन्हें लिखी ली नाम की साडे बिजनेस का होएगा मतलब काम केड़ा होएगा फिर लाभ ਦੀ ਵੰਡ ਅਸੀਂ ਕਿਵੇਂ ਕਰਨੀ ਹੈ ਕਿਹੜੀ ਪਰਸੈਂਟੇਜ ਨਾਲ ਕਰਨੀ ਹੈ ਕਿਹੜੇ ਬੰਦੇ ਨੂੰ ਕਿੰਨਾ ਲਾਭ ਦੇਣਾ ਕਿਹੜੇ ਬੰਦੇ ਨੂੰ ਕਿੰਨਾ ਲਾਭ ਦੇਣਾ ਹੈ ਨਾ ਮਤਲਬ ਪੂੰਜੀ ਕਿੰਨੀ ਕਿਸੇ ਨੇ ਪਾਈ ਹੈ ਮੰਨ ਲਓ ਇੱਕ ਨੇ 50 ਨੇ ਪਾਈ ਦੂਜੇ ਨੇ 25 ਪਾਈ ਤੀਜੇ ਨੇ 50 ਪਾਈ मतलब हरेक की अपने पूंजी का अनुपात हो गया हरेक की लाभ का अनुपात हो गया जब बिजनेस में हानि होगी तो असं वो किमें हैंडल करेंगे ईच एंड एवरीथिंग उनका पर्पस की है पर्पस सिर्फ इको है भी इन फ्यूचर जे इन केस अपने ਵਿੱਚ ਕੋਈ ਆਪਸੀ ਮਤਭੇਦ ਪੈਦਾ ਹੋ ਜਾਂਦੇ ਨੇ ਲੜਾਈ ਝਗੜੇ ਪੈਦਾ ਹੋ ਜਾਂਦੇ ਨੇ ਤਾਂ ਉਹ ਡੀਲ ਨੂੰ ਵੇਖ ਕੇ ਆਪਾਂ ਆਪਸ ਵਿੱਚ ਇੱਕ ਫੈਸਲਾ ਕਰ ਸਕਦੇ ਹਾਂ ਨੰਬਰ 2 ਐਡਾ ਇੰਪੋਰਟੈਂਟ ਡਾਕੂਮੈਂਟਸ ਹੁੰਦਾ ਹੈ ਵੀ ਇਹਨੀ ਕਾਨੂੰਨੀ ਅੰਦਰ ਵਿੱਚ ਵੀ ਪੂਰੀ ਮੰਨਦਾ ਹੈ ਇਹਨੂੰ ਆਪਾਂ ਕਾਨੂੰਨ ਦੇ ਵਿੱਚ ਵੀ ਜਾ ਸਕਦੇ ਹਾਂ ਅਦਾਲਤ ਦੇ ਵਿੱਚ ਵੀ ਜਾ ਸਕਦੇ ਹਾਂ ਅਦਾਲਤ ਵਿੱਚ ਵੀ ਕਹਿ ਸਕਦੇ ਹਾਂ ਵੀ ਦੇਖੋ ਜੀ ਇਹ ਕਲੇਮ ਇਹਨੇ ਆ ਕੀਤਾ है पर आ डीड ਦੇ ਵਿੱਚ ਆ ਲਿਖਿਆ ਹੈ ਅਦਾਲਤ ਵੀ ਉਹ ਡੀਡ ਨੂੰ ਵੇਖ ਕੇ ਜਿਹੜੇ ਪਾਰਟਨਰ ਗਲਤ ਕਲੇਮ ਕਰ ਰਿਹਾ ਉਹ ਸਜ਼ਾ ਦੇਗੀ ਇੰਨਾ ਇੰਪੋਰਟੈਂਟ ਡਾਕੂਮੈਂਟ ਹੈ ਪਰ ਉਹ ਪਾਰਟਨਰਸ਼ਿਪ ਡੀਡ ਹੈ ਇਹ ਲਿਖਣੀ ਜ਼ਰੂਰੀ ਹੈ ਕਈ ਵਾਰ ਨਹੀਂ ਲਿਖਦੇ ਆਪਸੀ ਮੋਹ ਪਿਆਰ ਵਿੱਚ ਨਹੀਂ ਲਿਖਦੇ ਉਦੋਂ ਕੋਈ ਹਾਲਾਤ ਹੋਰ ਪੈਦਾ ਹੋ ਜਾਂਦੇ ਨੇ ਪਰ ਉਹ ਬਾਅਦ ਵਿੱਚ ਅੱਜ ਦਾ ਟੌਪਿਕ ਸਿਰਫ ਇਹ ਨਹੀਂ ਹੈ ਵੀ ਅੱਜ ਤੁਹਾਨੂੰ ਇਹ ਦੱਸਦਾ ਨਾਲ ਤੁਹਾਨੂੰ ਮੀਨਿੰਗ ਦੱਸਿਆ ਡੈਫੀਨੇਸ਼ਨ ਹੋ ਗਈ साझेदारी की विशेषताएं हो गई साझेदारी के अधिकार दसते हैं साझेदारी के कर्तव्य दसते हैं तो नाल पार्टनरशिप डीड दसी है पार्टनरशिप डीड का मीनिंग एक ना एक बार तुम सारा कुछ आपने कापी होता कापियां के नोट्स बनाओ ते जे किसी को डाउट होया मैंने पूछ लिया जी दोबारा भी सारे कुछ डॉक्यूमेंट प्रॉब्लम है भी एना अधिकार किवें लेक्चर सुन के इन नाम ਨਾਲ ਬੇਟਾ ਨੋਟਸ ਬਣਾਓ ਨੋਟਸ ਬਣਾ ਕੇ ਤੁਸੀਂ ਆਪਣਾ ਕਾਪੀਆਂ ਦੇ ਨੋਟ ਕਰੀ ਚੱਲੋ ਚੈੱਕ ਮੈਂ ਕਰਾਂ ਜਦੋਂ ਮੈਂ ਆਪਣਾ ਸਕੂਲ ਲੱਗਣਗੇ ਉਹ ਰੱਖ ਸਕਦਾ ਜਾਂ ਫਿਕਸ ਮੈਨੂੰ ਭੇਜੋ ਕਿ ਕਿਵੇਂ ਨੋਟਸ ਬਣਾਉਣੇ ਸੋਹਣੇ ਕੰਮ ਕਰਨਾ ਠੀਕ ਹੈ ਬੇਟਾ ਥੈਂਕ ਯੂ